ਜਿਹੜੀ ਹਾਲਤ ਆ ਕਰਤਾਰੀ ਕੁਦਰਤ ਦੇ ਵਿੱਚ, ਗੁਰੂ ਬਾਬਾ ਜੀ ਕਹਿੰਦੇ ਸਤਿਗੁਰੂ ਮਿਲੇ, ਕੋਈ ਸਤਿਗੁਰੂ ਬਾਂਹ ਫੜੇ ਤੇ ਹੋ ਸਕਦਾ ਆ ਜਿਹੜਾ ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਆ ਉਹਦੇ ਨਾਲ ਮੇਰੀ ਸਾਂਝ ਬਣ ਸਕੇ। ਕਿਰਪਾ ਕਰੇ ਤਾਂ ਸਤਿਗੁਰੂ ਮਿਲਣੇ, ਹਰ ਹਰ ਨਾਮ ਤੇ ਆਈ, ਫਿਰ ਮੈਂ ਨਾਮ ਤੇ ਆ ਸਕਾਂ। ਰਹਾ ਉਹਦਾ ਹੈ ਜਿਹੜਾ ਬਚਨ ਅੱਗੇ ਮੈਂ ਬੀਤੇ ਕੱਲ ਵਿਚਾਰਨਾ ਸ਼ੁਰੂ ਕੀਤਾ ਸੀ, ਅੱਗੇ ਤੁਰਦਾ ਹਾਂ। ਸਭ ਕਹਿ ਰਹੇ ਸੀ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਸੁੱਖ ਦੁੱਖ ਬੰਦੇ ਨੂੰ ਸੁਖਮਈ ਕੁਝ ਹਾਲਾਤ ਹੋਣ ਤੇ ਕਈ ਵਾਰ ਬੰਦਾ ਕਹਿੰਦਾ ਉਹ ਇਟਸ ਵਾਹਿਗੁਰੂ ਜੀ's ਬਲੈਸਿੰਗਸ, ਆਈ ਐਮ ਫੁੱਲ ਵਿਦ ਬਲੈਸਿੰਗਸ, ਯੂ ਨੋ ਆਈ ਐਮ ਵੈਰੀ ਥੈਂਕਫੁਲ ਟੂਵਰਡ ਵਾਹਿਗੁਰੂ। ਕਿਉਂ? ਕਿਉਂਕਿ ਸੁੱਖ ਮਿਲ ਰਿਹਾ ਹੈ, ਕੰਫਰਟ ਮਿਲ ਰਿਹਾ ਹੈ, ਕੰਫਰਟੇਬਲ ਲਾਈਫ ਆ, ਸਭ ਚੀਜ਼ਾਂ ਠੀਕ ਨੇ। ਕਿਤੇ ਥੋੜ੍ਹਾ ਬਹੁਤਾ ਅਨਕੰਫਰਟੇਬਲ ਹੋਣਾ ਪੈ ਜਾਏ ਫਿਰ ਬੰਦਾ ਕਹਿੰਦਾ ਹੋ ਇਹ ਕੀ ਬਣ ਗਿਆ। ਮੈਂ ਸਿੰਪਲ ਲੈਵਲ 'ਤੇ ਬਾਤ ਕਰਦਾ। ਡਿਪਰੈਸ਼ਨ ਕੀ ਹੈ? ਤੁਸੀਂ ਆਮ ਕਰਕੇ ਬੜਾ ਸੁਣਦੇ ਹੋ। ਮੈਂ ਉਹਦੇ ਬਾਇਓਲੋਜੀਕਲ ਇੰਜੀਨੀਅਰਿੰਗ ਸਾਈਡ ਤੋਂ ਗੱਲ ਨਹੀਂ ਕਰ ਰਿਹਾ, ਜਿਹਦੇ 'ਚ ਕੁਝ ਕੈਮੀਕਲ ਇੰਬੈਲੈਂਸਮੈਂਟ ਅਤੇ ਕੁਝ ਜਿਹੜਾ ਹੈਗਾ ਆ ਹਾਰਮੋਨਸ ਡਿਸਟਰੈਕਸ਼ਨ, ਅਤੇ ਉਹਦੀ ਬਾਤ ਨਹੀਂ ਕਰਦਾ। ਦੈਟ ਇਜ਼ ਅ ਡਿਫਰੈਂਟ, ਮੇਰਾ ਫੀਲਡ ਨਹੀਂ ਗਾ, ਅਤੇ ਕੋਈ ਸਾਈਕੈਟ੍ਰਿਕਸ ਇਸ ਲੈਵਲ 'ਤੇ ਅਸੈਸ ਕਰੇਗਾ, ਬਿਆਨ ਕਰੇਗਾ। ਲੈਟਸ ਕਮ ਟੂਵਰਡ ਦਾ ਇਮੋਸ਼ਨਲ ਸਾਈਡ। ਬੰਦਾ ਸਵੇਰੇ ਦਿਨ ਚੜ੍ਹ ਗਿਆ, ਅਲਾਰਮ ਵੱਜ ਗਿਆ, ਅੱਖਾਂ ਖੁੱਲ੍ਹ ਗਈਆਂ, ਬਿਸਤਰੇ ਤੋਂ ਉੱਠਿਆ ਹੀ ਉੱਠਣਾ ਮੁਸ਼ਕਿਲ ਹੋ ਗਿਆ। ਇੰਝ ਲੱਗਾ ਪਤਾ ਨਹੀਂ ਕਿੰਨਾ ਕੁ ਵਜਨ ਪੈ ਗਿਆ ਉੱਤੇ। ਆਈ ਐਮ ਨੋਟ ਏਬਲ ਟੂ ਮੂਵ, ਮੇਰੇ ਪੈਰ ਹੀ ਨਹੀਂ ਥੱਲੇ ਰੱਖੇ ਜਾ ਰਹੇ। ਡਿਪਰੈਸਡ। ਫੋਨ ਵੱਜ ਰਿਹਾ, ਆਈ ਡੋਂਟ ਵਾਂਟ ਟੂ ਟਾਕ, ਆਈ ਡੋਂਟ ਫੀਲ ਲਾਈਕ ਟੂ ਟਾਕ ਐਨੀਬਡੀ, ਆਈ ਡੋਂਟ ਫੀਲ ਲਾਈਕ ਟੂ ਗੋ ਆਊਟਸਾਈਡ। ਡਿਪਰੈਸ਼ਨ। ਇਹਦਾ ਜਿਹੜਾ ਇਹ ਲੈਵਲ ਆ, ਮੇਰੀ ਬੜੇ ਇੱਕ ਦਾਨਿਸ਼ਮੰਦ ਸਕਾਲਰ ਨਾਲ ਬਾਤ ਹੋਈ ਤਾਂ ਇੱਕ ਵਾਰੀ ਬੜੀ ਕਮਾਲ ਦੀ ਉਹਨੇ ਐਗਜ਼ਾਮਪਲ ਕੀਤੀ। ਕਹਿੰਦਾ ਵਨ ਡੇ ਆਈ ਵਾਜ਼ ਸਿਟਿੰਗ ਇਨ ਏ ਫੰਕਸ਼ਨ, ਅਤੇ ਪ੍ਰੋਫੈਸ਼ਨਲ ਸੀਗੇ ਮੈਂਟਲ ਹੈਲਥ ਦੇ ਵਿੱਚ, ਐਂਡ ਅ ਲੇਡੀ ਕੇਮ ਟੂ ਮੀ ਐਂਡ ਜਸਟ ਐਕਚੁਅਲੀ ਪੁੱਟ ਹਰ ਫੇਸ ਇਨ ਫਰੰਟ ਆਫ ਮਾਈ ਫੇਸ, ਓਨਲੀ ਨੋਜ਼ ਟੂ ਨੋਜ਼, ਨੀਅਰ ਟੂ ਦਾ ਮਾਈ ਨੋਜ਼, ਐਂਡ ਸ਼ੀ ਵਾਜ਼ ਲੁਕਿੰਗ ਇਨ ਮਾਈ ਆਈਜ਼ ਐਂਡ ਟੋਲਡ ਮੀ, you know, doctor, I don't want to live, I want to kill myself. ਇਹ ਗੱਲ ਕਹੀ। ਕਹਿੰਦਾ ਹੁਣ ਇੱਕ ਜਿਹੜੀ ਹੈਗੀ ਏ ਬੜੀ ਅਨਫੋਰਮਲ ਜੀ ਸੈਟਿੰਗ ਦੇ 'ਚ ਅਸੀਂ ਬੈਠੇ ਹਾਂ, ਕੋਈ ਫੰਕਸ਼ਨ ਜਿਹਾ ਹੋ ਰਿਹਾ ਇਸ ਤਰੀਕੇ ਦੇ ਨਾਲ, ਅਤੇ ਸਿੰਪਲ ਜਿਹਾ ਮੇਰੇ ਦਿਮਾਗ 'ਚੋਂ ਸਵਾਲ ਆਇਆ ਵੀ ਵਾਈ, ਕੀ ਹੋਇਆ? ਕਹਿੰਦੀ ਜਸਟ I don't feel like to live. Nothing is exciting happening, nothing is good happening, and I'm thinking I don't want to actually live. I'm get rid of all these things. ਕਹਿੰਦੇ ਅੱਛਾ, so you want to die? ਕਹਿੰਦੀ ਹਾਂ, I really want to die. ਉਹ ਕਹਿੰਦੇ ਮੈਂ ਉਹਨੂੰ ਸਹਿਜ ਸੁਭਾਈ ਗੱਲ ਕਹਿਤੀ, then why are you bothering yourself to kill? ਡੈਥ ਵਿਲ ਹੈਪਨ ਇਟ ਸੈਲਫ, ਡੋਂਟ ਵਰੀ। ਇੱਕ ਦਿਨ ਆਏਗੀ, ਮੌਤ ਆ ਹੀ ਜਾਣੀ, ਇਹ 'ਚ ਕਿਹੜੀ ਗੱਲ ਹੈ? ਆਪਣੇ ਆਪ ਨੂੰ ਕਿੱਲ ਹੀ ਕਿਉਂ ਕਰਨਾ? ਇੰਨਾ ਤਰੱਦਦ ਹੀ ਕਿਉਂ ਸਹਿਣਾ ਜਦੋਂ ਕੁਝ ਹੋ ਹੀ ਨਹੀਂ ਰਿਹਾ ਐਕਸਾਈਟਡ? ਤੇ ਦੋ ਪੱਲੀ ਸੋਚ ਕੇ ਕਹਿੰਦੀ ਵਾਟ ਡੂ ਯੂ ਮੀਨ ਬਾਈ ਸੇਇੰਗ ਇਟ? ਉਹ ਕਹਿੰਦਾ ਸਿੰਪਲ ਆ ਵੀ ਇੰਨਾ ਤਰੱਦਦ ਕਰੇਂਗੀ, ਆਪਣੇ ਆਪ ਨੂੰ ਮਾਰੇਂਗੀ, ਸਭ ਕੁਝ ਕਰੇਂਗੀ, ਜਦੋਂ ਹੋ ਹੀ ਕੁਛ ਐਕਸਾਈਟਡ ਨਹੀਂ ਰਿਹਾ ਤਾਂ ਫਿਰ ਛੱਡ ਦੇ। ਦੇਖੋ ਦੋ ਚੀਜ਼ਾਂ ਨੂੰ ਦੇਖੀਏ, ਜਿਹੜੀ ਸਾਨੂੰ ਇਹ ਲੱਗਦਾ ਵੀ ਯੂ ਨੋ ਓ ਮਾਈ ਗੋਸ਼ ਇਟਸ ਹਾਰਡ ਫॉर ਮੀ ਟੂ ਲਿਵਿੰਗ ਹਾਰਡ ਨਹੀਂ ਹੈਗੀ। ਜਦੋਂ ਅਸੀਂ ਜਸਟ ਆਪਣੇ ਆਪ ਨੂੰ ਇੱਕ ਐਗਜ਼ਿਸਟ ਕਰਦਾ ਹੋਇਆ ਵੇਖਦੇ ਹਾਂ ਨਾ ਕਿ ਮੈਂ ਅਜੇ ਹਾਂ ਧਰਤੀ 'ਤੇ, ਮੇਰੀ ਹੋਂਦ ਹੈ ਥੋੜ੍ਹੀ ਬਹੁਤੀ, ਇਸ ਚੀਜ਼ ਹੋਂਦ ਮੈਨੂੰ ਹਾਰਡ ਲੱਗ ਰਹੀ ਹੈ। ਜਿਹੜਾ ਜ਼ਿੰਦਗੀ ਜਿਉਣਾ ਆ ਇਹ ਤਾਂ ਇੱਕ ਫਿਨੋਮੀਨਾ ਹੈ, ਅਤੇ ਬੜੇ ਕਮਾਲ ਦੀ ਚੀਜ਼ ਹੈ, ਅਤੇ ਬੜੀ ਫਿਨੋਮੀਨਲ ਚੀਜ਼ ਹੈ, ਅਤੇ ਬੜੀ ਜਿਹਨੂੰ ਕਿਹਾ ਜਾਏ ਕਿ ਇਟਸ ਫੁੱਲ ਵਿਦ ਐਕਚੁਅਲੀ ਪਲੈਜ਼ਰ। ਅਤੇ ਜਿਉਣ ਦਾ ਮਾਇਨਾ ਵੀ ਸਮਝਿਆ ਜਾ, ਸਿੱਖੀ ਨੇ ਤਾਂ ਸਮਝਾਇਆ, ਬੰਦੇ ਦਾ ਜਿਉਣ ਦਾ ਮਾਇਨਾ ਆਪਣੇ ਲਈ ਨਹੀਂ ਹੁੰਦਾ। ਨਹੀਂ, ਆਪਣੇ ਲਈ ਜਿਹੜਾ ਆ, ਆਪਣੇ ਲਈ ਨਹੀਂ ਜਿਉਣਾ। ਬੰਦਾ ਜਦੋਂ ਆਪਣੇ ਲਈ ਸੈਲਫਿਸ਼ ਹੋ ਕੇ ਬੜਾ ਉਸ ਲੈਵਲ 'ਤੇ ਲੱਗ ਜਾਏ ਨਾ, ਅਤੇ ਫਿਰ ਉਹ ਜਲਦੀ ਬੋਰ ਹੋ ਜਾਏਗਾ। ਫਿਰ ਉਹਨੂੰ ਲੱਗੇਗਾ ਨਥਿੰਗ ਇਜ਼ ਐਕਸਾਈਟਿੰਗ ਹੈਪਨਿੰਗ ਓਵਰ ਹੇਅਰ। ਫਿਰ ਉਹ ਆਪਣੇ ਆਪ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਫੋਕਸ ਕਰਕੇ, ਤੇ ਉਹ ਮਰੇਗਾ।
ਜਦੋਂ ਆਲੇ ਦੁਆਲੇ ਤੇ ਫੋਕਸ ਕਰੇਗਾ, ਆਲੇ ਦੁਆਲੇ ਤੇ। ਤੁਹਾਨੂੰ ਐਗਜ਼ਾਮਪਲ ਕਰਦਾ, ਇਹ ਸਟੱਡੀਜ਼ ਨੇ ਬਹੁਤ ਵੱਡੀਆਂ। ਸ਼ਹਿਰ 'ਚ ਕੋਈ ਬਿਮਾਰੀ ਫੈਲ ਗਈ, ਪਲੇਗ ਫੈਲ ਗਈ, ਸਪੋਜ਼ ਕਰੋ ਪਲੇਗ ਫੈਲ ਗਈ, ਤੇ ਹੁਣ ਪਲੇਗ ਫੈਲਣ ਦੇ ਵਿੱਚ ਸਭ ਤੋਂ ਵੱਧ ਬਿਜ਼ੀ ਕੌਣ ਹੋਏਗਾ? ਡਾਕਟਰ। ਤੇ ਇਹ ਮੰਨਿਆ ਗਿਆ, ਸਟੱਡੀਜ਼ ਆਈਆਂ, ਜਦੋਂ ਇਹੋ ਜਿਹੀਆਂ ਬਿਮਾਰੀਆਂ ਫੈਲਦੀਆਂ, ਜਿਹੜੇ ਸਭ ਤੋਂ ਘੱਟ ਮਰਦੇ ਹੋ ਪਤਾ ਕੌਣ? ਡਾਕਟਰਸ। ਉਹਨਾਂ ਕੋਲ ਮਰਨ ਦਾ ਟਾਈਮ ਕਿੱਥੇ? ਉਹ ਤਾਂ ਇਤਨੇ ਜ਼ਿਆਦਾ ਬਿਜ਼ੀ ਨੇ ਲਾਈਫ ਨੂੰ ਸਰਵ ਕਰਨ ਵਾਸਤੇ, ਦੂਜਿਆਂ ਨੂੰ ਬਚਾਉਣ ਵਾਸਤੇ, ਉਹ ਤੇ ਆਪ ਬਚੇ ਪਏ ਨੇ ਬਿਲਕੁਲ। ਐਕਚੁਅਲ ਲੈਵਲ ਤੇ ਬਿਮਾਰ ਕਦੋਂ ਹੁੰਦੇ? ਜਦੋਂ ਪਲੇਗ ਹਟ ਜਾਂਦੀ। ਹੁਣ ਕਰਨ ਲਈ ਕੁਛ ਨਹੀਂ, ਹੁਣ ਖੁਦ ਬਿਮਾਰ ਹੋ ਗਏ। ਕਰਨ ਲਈ ਲੱਭੋ ਆਲੇ ਦੁਆਲੇ। ਜ਼ਿੰਦਗੀ ਨਾ ਆ ਦੇਣਾ, ਨਾ ਆ ਕਿਸੇ ਨੂੰ ਸਰਵ ਕਰਨਾ, ਸੈਲਫਲੈਸ ਹੋਣਾ। ਰੱਬ ਨਾ, ਜੇ ਹੁਣ ਰੱਬ ਸਪੋਜ਼ ਕਰੋ ਲੋਕੀ ਰੱਬ ਦਾ ਮੰਦਰ ਬਣਾ ਲੈਂਦੇ, ਪੂਜਾ ਕਰਨ ਲੱਗ ਜਾਂਦੇ। ਸਾਡੇ ਘਰ ਪੂਜਾ ਨਹੀਂ, ਵੀ don't do any kind of worship activity over here. This is a congregation where we are actually getting messages of Guru Upadesh in form of blessings. ਇਹ ਸਾਡਾ ਇੱਥੇ ਮੇਨ ਸਾਰਾ ਦਾ ਸਾਰਾ ਐਕਟ ਆ। ਅਦਰਵਾਈਜ਼ ਲੋਕਾਂ ਰੱਬ ਦੇ ਮੰਦਰ ਬਣਾ ਤੇ ਰੱਬ ਦੀ ਪੂਜਾ ਸ਼ੁਰੂ ਕਰਤੀ। ਤੇ ਜੇ ਵਾਕਿਆ 'ਚ ਹੀ ਰੱਬ ਨੇ ਪੂਜਾ ਕਰਾਉਣੀ ਹੁੰਦੀ ਤੇ ਉਹ ਆਪ ਆਪਣਾ ਮੰਦਰ ਵਗੈਰਾ ਬਣਾਉਂਦਾ ਵੱਡਾ ਸਾਰਾ, ਕਹਿੰਦਾ ਮੈਨੂੰ ਪੂਜੋ ਆ ਕੇ, ਮੈਂ ਬੈਠਾ ਇੱਥੇ। ਰੱਬ ਨਾਂ ਕੀ ਹੈ? ਦੇਣ ਦਾ। ਕਰਤਾਰ ਨਾਂ ਕੀ ਹੈ? ਕਰਨ ਦਾ। ਉਹ ਤੇ ਕਰ ਰਿਹਾ, ਦੇ ਰਿਹਾ, ਜ਼ਿੰਦਗੀ ਵੰਡ ਰਿਹਾ। ਉੱਥੇ ਜ਼ਿੰਦਗੀ ਦੇ ਰੰਗ ਵੰਡ ਰਿਹਾ ਕਿੰਨੇ ਸਾਰੇ। ਜਦੋਂ ਬੰਦਾ ਇਹਨਾਂ ਸਾਰੇ ਰੰਗਾਂ ਦੇ ਵਿੱਚ ਸੈਲਫਿਸ਼ ਹੋ ਜਾਏ ਕਿ ਨਹੀਂ ਮੇਰੇ ਨਾਲ ਆ ਹੋਏ, ਮੈਨੂੰ ਆ ਮਿਲਣਾ ਚਾਹੀਦਾ, ਮੈਂ ਆ ਜਿਹੜੀਆਂ ਚੀਜ਼ਾਂ ਇਸ ਕਿਸਮ ਦੀਆਂ ਪਕੜ ਵਿੱਚ ਟਰਾਈ ਕਰੇਗਾ, ਫਿਰ ਹੋਏਗਾ ਕੀ? ਅਲਟੀਮੇਟਲੀ ਬੋਰ ਹੋਏਗਾ। ਅਲਟੀਮੇਟਲੀ ਫਿਰ ਇੱਕ ਲੈਵਲ 'ਤੇ ਆਏਗਾ ਜਿੱਥੇ ਐਕਸਪੈਕਟੇਸ਼ਨਸ ਮੀਟ ਨਹੀਂ ਕਰਨਗੀਆਂ। ਜ਼ਿੰਦਗੀ ਜਿਹੜੀ ਹੈ ਉਹ ਲੈਸ ਐਨਰਜੈਟਿਕ ਲੱਗੇਗੀ। ਇੱਕ ਲੈਵਲ 'ਤੇ ਜਾ ਕੇ ਰਿਜ਼ਲਟਸ ਉਵੇਂ ਮੀਟ ਨਹੀਂ ਕਰਨਗੇ ਤੇ ਤੰਗੀ ਇਹ ਹੋਏਗੀ, ਲੱਗੇਗਾ ਐਗਜ਼ਿਸਟ ਕਰਨਾ ਹੀ ਮਾੜਾ ਹੈ ਇੱਥੇ, ਤੇ ਹੋਣਾ ਹੀ ਨਹੀਂ ਚਾਹੀਦਾ, ਮੈਂ ਤੇ ਹੋਣਾ ਹੀ ਨਹੀਂ ਚਾਹੀਦਾ ਇੱਥੇ। ਤੇ ਕਿਉਂ? ਕਿਉਂਕਿ ਮੇਰੀ ਹੋਣੀ ਜਿਹੜੇ ਲੈਵਲ ਤੇ ਮੈਂ ਸੋਚ ਕੇ ਬੇਟਾ ਹੋ ਹੀ ਨਹੀਂ ਰਹੀ, ਸੈਲਫਿਸ਼ ਨਾ ਹੋ ਚੁੱਕਾ, ਸੈਲਫਲੈਸ। ਦੂਜਿਆਂ ਵੱਲ ਵੇਖ, ਦੂਜਿਆਂ ਲਈ ਜੀ, ਦੂਜਿਆਂ ਨੂੰ ਸਰਵ ਕਰ। ਇੱਥੇ ਗੁਰੂ ਬਾਬਾ ਜੀ ਜ਼ਿਕਰ ਕਰਦੇ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਮਾਲਕ ਸੁੱਖ ਦੁੱਖ ਤੇਰੇ ਜੀਵਨ ਦੀ ਖੇਡ ਹੈ। ਇਸ ਦਿੱਤੇ ਹੋਏ ਜੀਵਨ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਸੱਜੇ ਖੱਬੇ ਹੁੰਦੇ ਨੇ। ਮੈਂ ਕਈ ਵਾਰੀ ਬਹੁਤ ਸਿੰਪਲ ਬਾਤ ਕਰਦਾ, ਆਪਣੇ ਵਿਰਸੇ 'ਚ ਝਾਤ ਮਾਰੋ। ਤੁਸੀਂ ਕੋਈ ਛੋਟਾ ਮੋਟਾ ਘਰ ਮਕਾਨ ਬਣਾਓ, ਅਤੇ ਜਦੋਂ ਤੁਹਾਨੂੰ ਉਸ ਘਰ ਦੀ ਬਹੁਤ ਲੋੜ ਹੋਏ, when you really need that, some kind of comfort in that place, that time what happened? Someone actually take you away from your place and don't allow you to enjoy your comfort actually in your own house, ਤੁਹਾਡੇ ਆਪਣੇ ਘਰ ਦੇ ਵਿੱਚ। ਤੇ ਇਕੱਲਾ ਹੀ ਨਾ ਹੋਏ, ਤੁਹਾਡੇ ਘਰ ਦੇ ਮੈਂਬਰਾਂ ਨੂੰ ਤੰਗ ਕਰੇ। ਤੁਸੀਂ ਇੱਕ ਲੈਵਲ ਤੇ ਬਿਲਕੁਲ ਫਿਜ਼ੀਕਲੀ ਆਈਸੋਲੇਟ ਹੋ ਜਾਓ ਕਿਸੇ ਜੰਗਲ ਬੇਲੇ ਦੇ ਵਿੱਚ, ਐਂਡ ਯੂ ਹੈਵ ਨੋਬਡੀ ਐਕਚੁਅਲੀ ਨੀਅਰ ਬਾਈ ਯੂ ਟੂ ਟੇਕ ਕੇਅਰ, ਟੂ ਟਾਕ, ਟੂ ਐਨੀਥਿੰਗ ਐਕਚੁਅਲੀ ਪ੍ਰੋਵਾਈਡ ਯੂ, ਐਂਡ ਨਾਈਟ ਇਜ਼ ਵੈਰੀ ਕੋਲਡ ਐਂਡ ਯੂ ਆਰ ਐਕਚੁਅਲੀ shivering due to the cold. All these things are happening, and that time someone actually just come to you and ask, how do you feel? ਕਿੱਦਾਂ ਮਹਿਸੂਸ ਕਰਦਾ, ਕੀ ਹਾਲ ਹੈ ਤੇਰਾ, how are you? Imagine ਕਰੋ what would be the answer, ਕੀ ਜਵਾਬ ਹੋਏਗਾ? As we gonna actually burst in big time anger and some kind of emotions, you know. ਅਸੀਂ ਸਾਡਾ ਤੇ ਜਵਾਬ ਇਹ ਹੋਏਗਾ ਵੀ ਤੈਨੂੰ ਦਿਸ ਨਹੀਂ ਰਿਹਾ ਅੰਨਾ ਹੋਇਆ, ਆ ਕੀ ਹੋਇਆ, ਆ ਹਾਲ ਆ ਕੋਈ? ਓਕੇ, ਠੀਕ। ਬਿਲਕੁਲ ਇਸੇ ਚੀਜ਼ ਸਿਨੈਰੀਓ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆ ਜਾਓ। ਅਨੰਦਪੁਰ ਸਾਹਿਬ ਆਪ ਹੱਥਾਂ ਨਾਲ ਵਸਾਇਆ, ਕਿਲੇ ਬਣਾਏ, ਸਭ ਲੋਕਾਂ ਦੇ ਭਲੇ ਵਾਸਤੇ ਕੀਤਾ, ਸਭ ਚੀਜ਼ਾਂ ਲਈ। ਐਸੀ ਬਾਦਸ਼ਾਹਤ ਕਿ ਵੱਡੇ ਵੱਡੇ ਬਾਦਸ਼ਾਹ ਫਿੱਕੇ ਪੈ ਜਾਣ ਉਹਨਾਂ ਦੇ ਸਾਹਮਣੇ। ਇੱਕ ਵਾਰੀ ਰਾਜਾ ਅਜਮੇਰ ਚੰਦ, ਅਜਮੇਰੀ ਰਾਜਾ ਜਿਹੜਾ ਪਹਾੜੀ ਰਾਜਾ ਸੀਗਾ, ਉਹਨੇ ਆਪਣਾ ਇੱਕ ਬੰਦਾ ਭੇਜਿਆ ਅਨੰਦਪੁਰ ਸਾਹਿਬ ਦਰਬਾਰ, ਪਤਾ ਤੇ ਕਰਕੇ ਆ
गुरु गोबिंद सिंह साहब की वडियाई बड़ी लोग करते, स्तुति बड़ी करते। ऐसी दरबार की की आभा आ, ऐसी गुरु की किहड़ी झाल आ जिहड़ी झल्ली नहीं जा सकती। असीं भी देखिए, असीं उवें दी सारा अरेंजमेंट कर लांगे, असीं ते जद्दी पुश्ती राजे रजवाड़े हैं। वो आके वेख के जो वापस गया ना, तो उन्हें सारी बात दसी। तो कहता भी राजा अजमेर चंद गल ये है, तू राजा है? कहता राजा आ। कहता तेरा बाप भी राजा सी? कहता वह भी राजा सी। कहता वह बाप? कहता वह भी राजा सी। वो कहता ठीक है। कहता मैं तेनों दसा, जिहो जिहा तेरा खानदान राजियां दा तुरिया आउंदा ते तू अज भी राजा है, तो अगां तू 10 वरी जम्मे ते 10 वरी मरे ते फिर राजा बने। मैं नहीं समझदा तू गुरु गोबिंद सिंह साहब के दरबार की आभा के नेड़े भी जा सकता है। वो कहता हद हो गई, ऐसी किहड़ी आभा है? कहता जो मैं वेख्या मैं तैनूं किवें बयान करा। कहता जो मैं जा रहा सा अंदर, अंदर जाते मैं की वेख्या, चिट्टे रंग का हाथी खड़ा है गुरु गोबिंद सिंह साहब के पिछे, प्रसादी हाथी। उस हाथी दी बहुत खूबियां सीगियां। उहदी जिहड़ी उहदा खास करके सुंड सीगी, उहदे विच उहने चौर साहब होल्ड किया है। चंदन दियां तारां दा चौर, चिट्टे रंग का हाथी महाव जिहड़ा हैगा उस रूप में फड़ के वो गुरु गोबिंद सिंह साहब के उत्ते एवें चला रहा सीगा। कहंदा धन गुरु गोबिंद सिंह साहब का अलाही नूर उन्हां दे सारे जुस्से तो रूहानी रोशनी बन के बिल्कुल चार चपेरे फैल रहा सीगा। कहंदा हकीकत यह है, मैं तो जिहड़ा आले दुआले मंजर देखा, वड्डे वड्डे शाह बादशाह शाहूकार गुरु साहब दे अगे निव निव के सिजदे करते। तो मैं पुछदा, मैं उन्होंने पुछदा वो इन्ने सिजदे कर रहे हो, एक बारी करके हटे नहीं, 2 बारी करके हटे नहीं, फिर करी जाते हो। तो कहंदा कईयां ने मैनू ये कहा, ओए कमलिया सिजदे कर, ये समा सिजदे करन दा आ। इहो जे गुरु नूं सिजदा करन नूं मिल जे, जिंदगी दा बड़ा वड्डा भाग आ। People were not asking anything over there. They are actually more than happy to just watch Guru Gobind Singh Sahab, to just enjoy the presence of Guru Gobind Singh Sahab. कैसा दरबार होएगा। ਇਹੋ ਜਿਹੀਆਂ ਨੇ ਆਭਾ ਜਦੋਂ ਬਿਆਨ ਕੀਤੀਆਂ, ਅਜਮੇਰ ਚੰਦ हैरान रह गया। ਹੁਣ मैं जी विनती कर रहा, ਇਹੋ ਜਿਹਾ दरबार, ਇਹੋ ਜਿਹਾ गुरु गोबिंद सिंह साहब की आभा, ਇਹੋ जी शोभा। फिर होया कि आनंदपुर साहब छड़ता, किले छड़ दिते, सरसा नदी के पेट चढ़ गए सैकड़े सैकड़े सिख। ऐसा ऐसा लिटरेचर जिहड़ा कमाल का लिखिया कवियां का सब रुड़ गया। चमकौर साहब चले गए, उत्थे जाके जंग हुई, पुत शहीद हो गए, सिख शहीद हो गए। पंथ दे हुक्म ते पंथ दा वाली सब कुछ छड़ के रात के हनेरे च माछीवाड़े के जंगलों तुरया जाता। कोई ना अपने बच्चों का पता है, ना मां का पता है, ना कोई है ही नहीं। गालबन कहते ने कि 16 पार तो वध समा हो गया, गुरु साहब ने अपना कमर कसा नहीं खोलिया। ਇਹੋ ਜਿਹਾ ਸਮਾਂ, ਇਹੋ ਜਿਹਾ वक्त भी आ गया। तो उत्थे ठंडी रात आ पो दी, खूह के कंढे जिहड़ी खूह की टिंड आ वो इस तरीके नाल चुकी, उस सराहने रखी, उत्ते सिर रखिया ते सो गए। मतलब है देखो तुसी बिल्कुल डीप स्लीप विच गुरु गोबिंद सिंह साहब दे सिख आए, आके पुछदे ने, बादशाह की हाल है? You know, in that situation someone is asking, how are you? ਅਸੀਂ ख्याल पढ़ते हैं लिटरेचर विच, ख्याल पातशाही 10वें ख्याल इस रूप में बयान किया जाता है कि मित्र प्यारे नूं हाल मुरीदां दा कहना। तुहानूं कि दस्सां, मैं उन्होंने दसदा हाल जिन्हें जिंदगी दी, जिन्हें बख्शिया सब कुछ, वो करतार नूं। जे अज भी कोई कहे मैनू एतराज है, मैनू अफसोस है, मैनू झोरा आ, वो मेरे मालक, वो मेरे साईं, वो अकाल पुरख, वो रब जी आ की कर दिता। इन्ने सुख दे के खोले, इन्नी खुशी दे के लै ली, इन्ना कंफर्ट फील करा के इस हालत, इन्नी अनकंफर्टेबल हालत च पा दिता मैनू ना। हकीकत यह है, जे अज भी मैनू पूछे करतार ते तुझ बिन रोग रजाइयां दा ओढ़न, सियाली रातां च सब तो चंगी चीज़ किहड़ी लगदी है?
ਨਿੱਘ ਦੇਣ ਵਾਲੀ ਰਜਾਈ ਨਾ। ਹੂ ਕੇਅਰ, ਉਹਨਾਂ ਰਜਾਈਆਂ ਦਾ ਹੋਣਾ ਨਾ ਹੋਣਾ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ। ਮਾਇਨੇ ਕੀ ਰੱਖਦਾ ਆ, ਅੱਜ ਵੀ ਮੈਂ ਉਸ ਜਗ੍ਹਾ ਤੇ ਖੜਾ ਆ, ਅੱਜ ਵੀ ਮੈਂ ਉਹਨਾਂ ਪੈਰਾਂ ਤੇ ਖੜਾ ਆ, ਅੱਜ ਵੀ ਉਹਨਾਂ ਅਸੂਲਾਂ ਤੇ ਖੜਾ ਆ ਜਿੱਥੇ ਜੇ ਕਿਤੇ ਮੈਂ ਸੰਸਾਰ ਤੋਂ ਵਿਦਾਇਗੀ ਲਵਾਂ, ਸੰਸਾਰ ਵੱਲ ਵੇਖਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਹਦੇ ਵਾਸਤੇ ਯਾਦ ਕਰੋਗੇ? ਦੁਨੀਆ ਤੇ ਬੜੇ ਬੜੇ ਲੋਕ ਹੋਣਗੇ। ਸਰਦਾਰ ਜਸਵੰਤ ਸਿੰਘ ਨੇਕੀ ਦੀ ਗੱਲ ਕਹਿ ਕੇ ਵਾਈਂਡ ਅਪ ਕਰ ਦੇਣਾ। ਉਹ ਕਹਿੰਦੇ ਇੱਕ ਵਾਰੀ ਮੈਂ ਘਰ ਬੈਠਾ ਆ ਤੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਤੁਤੀ ਵਿੱਚ ਕੁਝ ਕਵਿਤਾ ਲਿਖਣ ਦੀ ਟਰਾਈ ਕਰਦਾ ਆ। ਕਲਗੀਆਂ ਵਾਲਾ ਪਾਤਸ਼ਾਹ, ਨੀਲੇ ਦਾ ਸ਼ਾਹ ਸਵਾਰ, ਮੇਰਾ ਬਾਜਾਂ ਵਾਲੀ ਸਰਕਾਰ, ਇਹੋ ਜਿਹੀਆਂ ਗੱਲਾਂ ਲਿਖ ਰਿਹਾ। ਕਹਿੰਦੇ ਜਦੋਂ ਇਹੋ ਜਿਹੀਆਂ ਸਭ ਚੀਜ਼ਾਂ ਲਿਖ ਰਿਹਾ ਨਾ ਤੇ ਮੇਰੇ ਦਾਦਾ ਜੀ ਕੋਲ ਬੈਠੇ ਸੀ ਤੇ ਮੈਨੂੰ ਮੁਸਕਰਾ ਕੇ ਕਹਿੰਦੇ, ਉਹ ਕੀ ਲਿਖੀ ਜਾਂਦਾ ਹੈ? ਮੈਂ ਕਿਹਾ ਲਿਖ ਰਿਹਾ। ਉਹ ਕਹਿੰਦਾ ਛੱਡ ਪਰਾਂ, ਉਹ ਜੇ ਲਿਖਣਾ ਹੀ ਤੇ ਆ ਲਿਖ। ਕੀ ਲਿਖਾਂ? ਕਹਿਣ ਲੱਗਾ ਪੁੱਤਰਾਂ ਦਾ ਦਾਨੀ ਲਿਖ। ਕਲਗੀਆਂ ਵਾਲੇ ਤੇ ਬੜੇ ਮਿਲ ਜਾਣਗੇ, ਸ਼ਾਹ ਸਵਾਰ ਘੋੜਿਆਂ ਦੇ ਬੜੇ ਮਿਲ ਜਾਣਗੇ, ਨਹੀਂ ਮਿਲੇਗਾ ਤੇ ਪੁੱਤਰਾਂ ਦਾ ਦਾਨੀ ਨਹੀਂ ਮਿਲੇਗਾ। ਸਰਬੰਸ ਦਾਨੀ ਲਿਖ, ਆ ਲਿਖ, ਨਹੀਂ ਮਿਲੇਗਾ। ਤੁਸੀਂ ਦੇਖੋ ਆ ਗੁਰੂ ਰਾਮਦਾਸ ਸਾਹਿਬ ਸ਼ੁਰੂਆਤ ਕਰ ਰਹੇ ਨੇ ਇਸ ਸ਼ਬਦ ਦੀ। ਮੈਂ ਕਈ ਵਾਰੀ I really actually have some kind of dilemma in my mind most of the time. When I try to explain or interpret Gurbani, most of the time I have realized which kind of word I should actually say or express to make it understand that what Bani is telling us. ਏਡੇ ਅਲਾਹੀ ਮੈਸੇजेस ਨੇ ਕਿ ਤੁਸੀਂ ਇਹਨੂੰ ਮਹਿਸੂਸ ਕਰੋ, ਤੁਸੀਂ ਇਹਨੂੰ ਉਸ ਲੈਵਲ ਤੇ ਦੇਖੋ ਬਾਬਾ ਜੀ ਕਹਿ ਕੀ ਰਹੇ ਨੇ। ਅਦਰਵਾਈਜ਼ ਹੁੰਦਾ ਇਹ ਹੈ ਮਾੜੇ ਜੀ ਹਾਲਾਤ ਬਦਲਦੇ ਨੇ, ਨਾ ਸਾਨੂੰ ਗੁਰੂ ਚੇਤੇ ਰਹਿੰਦਾ ਹੈ, ਨਾ ਗੁਰੂ ਕੀ ਬਾਣੀ ਚੇਤੇ ਰਹਿੰਦੀ ਹੈ। ਆ ਗੁਰੂ ਰਾਮਦਾਸ ਸਾਹਿਬ ਦਾ ਸੰਦੇਸ਼, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਹਿਊਮਨ ਫਾਰਮ ਵਿੱਚ ਆਇਆ, ਮਨੁੱਖੀ ਜ਼ਿੰਦਗੀ ਹੈ, ਸਮਝ ਹੈ, ਸੋਝੀ ਹੈ, ਆਪਣੇ ਕੈਲੀਬਰ ਨੂੰ ਉਸ ਲੈਵਲ ਤੇ ਲੈ ਕੇ ਜਾ। ਲੋਕ ਇੱਥੇ ਮਾੜਾ ਜਿਹਾ ਸਬਸਟੈਂਸ ਨਾ ਮਿਲੇ ਕ੍ਰੇਵਿੰਗ ਦੇ ਚ ਕੈਸੀ ਹਾਲਤ ਫੜ ਲੈਂਦੇ। ਮੈਂ ਹੁਣੇ ਬਾਤ ਕੀਤੀ, ਉਹ ਕਹਿੰਦੀ ਆਈ ਵਾਂਟ ਟੂ ਡਾਈ। ਕਹਿੰਦਾ ਵਾਈ, ਕੀ ਹੋਇਆ? ਬਿਕੋਜ਼ ਨਥਿੰਗ ਐਕਸਾਈਟਿੰਗ, ਨਥਿੰਗ ਇਜ਼ ਐਕਚੁਅਲੀ ਐਕਸਾਈਟਿੰਗ। ਬੜਾ ਜਿਹੜਾ ਐਕਸਾਈਟਮੈਂਟ ਵਾਲਾ ਇਜ਼ ਨੋਟ ਹੈਪਨਿੰਗ ਟੂ ਮੀ। ਕਮਾਲ ਹੈ। ਜਿਹੜੀ ਜ਼ਿੰਦਗੀ ਕੱਲਾ ਸਾਹ ਲੈ ਰਹੇ ਹੈ, ਸਾਹ ਤੈਨੂੰ ਆਕਸੀਜਨ ਜਿਹੜੀ ਹੈ ਖੂਨ ਵਿੱਚ ਸਫੁਰਤੀ ਪੈਦਾ ਕਰ ਰਹੀ ਹੈ, ਇਹ ਥੋੜਾ ਐਕਸਾਈਟਮੈਂਟ ਹੈ ਤੇਰੇ ਵਾਸਤੇ? ਪਾਣੀ ਪੀਣਾ ਆ, ਉਹ ਤੈਨੂੰ ਬਿਲਕੁਲ ਸਿਰ ਤੋਂ ਲੈ ਕੇ ਪੈਰਾਂ ਦੀ ਚੋਟੀ ਤੱਕ ਨਸ਼ਿਆ ਦਿੰਦਾ ਆ, ਇਹ ਥੋੜੀ ਐਕਸਾਈਟਮੈਂਟ? ਲਾਈਫ ਇਜ਼ ਹੈਪਨਿੰਗ ਟੂ ਯੂ। ਇਹਦੇ ਮੀਨਿੰਗ ਲੱਭ, ਇਹਦੇ ਲਈ ਕੁਝ ਅਮਲ ਲੱਭ ਚੰਗੇਰਾ ਕਰਨ ਵਾਸਤੇ। ਵੰਡ ਆਲੇ ਦੁਆਲੇ ਇਸ ਜ਼ਿੰਦਗੀ ਨੂੰ ਜਿਹੜੀ ਤੇਰੇ ਨਾਲ ਵਾਪਰ ਰਹੀ ਹੈ। ਸਾਹਿਬ ਦਾ ਬਚਨ ਕਹਿਣ ਲੱਗੇ, ਜੇ ਭੁੱਖਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ। ਉਹਨਾਂ ਨੂੰ ਜ਼ਿੰਦਗੀ ਪਿਆਰੀ ਨਹੀਂ ਲੱਗਦੀ ਹੋਏਗੀ ਜਿਨ੍ਹਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਦੂਜਿਆਂ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ, ਸਾਡਾ ਜਨੇਊ ਲਾ ਰਹੇ ਨੇ, ਮਾਰ ਰਹੇ ਨੇ ਸਾਨੂੰ, ਹਾਂ ਦਾ ਨਾਰਾ ਮਾਰੋ ਸਾਡੇ ਹੱਕ 'ਚ। ਉਹਨਾਂ ਨੂੰ ਮਰਦਿਆਂ ਨੂੰ ਬਚਾਉਣ ਵਾਸਤੇ ਆਪ ਤੇ ਆਪਣੇ ਸਿੱਖ ਦੇਗਾਂ 'ਚ ਉਪਲ ਗਏ, ਆਰਿਆਂ ਨਾਲ ਚੀਰੇ, ਰੂਹ ਬਨ ਬਨ ਕੇ ਸਾੜੇ। ਇਹ ਕੀ ਹੈ? ਇਹ ਹੈ ਜ਼ਿੰਦਗੀ ਜੀਣਾ, ਸੈਲਫਲੈਸ ਹੋ ਕੇ ਕਿਸੇ ਨੂੰ ਸਰਵ ਕਰ ਦੇਣਾ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇਂ ਸੋ ਖਾਈ। ਆਪਣੇ ਲਈ ਜਿਉਣਾ ਜਿਉਣਾ ਨਹੀਂ ਗਾ। ਇਹ ਤੇ ਇਟਸ ਐਕਚੁਅਲੀ ਯੂ ਕੈਨ ਸੇ ਤੇ ਮਹਾ ਬੋਰਿੰਗ ਐਕਟ ਆ ਧਰਤੀ ਦੇ ਉੱਤੇ। ਜੀ ਕਿਸੇ ਲਈ ਆਪਣੇ ਆਪ ਲਈ ਨਹੀਂ, ਆਪਣੇ ਆਲੇ ਦੁਆਲੇ ਲਈ। ਮੈਂ ਕਹਿੰਦਾ ਬੱਚਿਆਂ ਨੂੰ ਸੰਭਾਲੋ, ਮਾਂ ਬਾਪ ਨੂੰ ਸੰਭਾਲੋ, ਐਕਸਟੈਂਡਡ ਫੈਮਿਲੀ ਦੀ ਕੇਅਰ ਕਰੋ, ਸੋਸ਼ਲ ਸਟਰਕਚਰ 'ਚ ਦੇਖੋ ਕਿੱਥੇ ਕਿੱਥੇ ਤੁਹਾਡਾ ਰੋਲ ਬਣਦਾ ਆ। ਇਹ ਹੈ ਜ਼ਿੰਦਗੀ, ਕਦੀ ਬੋਰ ਨਹੀਂ ਹੋਵੋਗੇ।
ਕਦੀ ਇਹ ਨਹੀਂ ਲੱਗੇਗਾ ਵੀ ਤੁਸੀਂ, ਤੁਹਾਡਾ ਦਿਮਾਗ ਜਿਹੜਾ ਹੈਗਾ, ਦਿਮਾਗ ਤਾਂ ਹੀ, ਡਿਪਰੈਸ਼ਨ ਹੋਰ ਕੁਛ ਵੀ ਨਹੀਂ, ਸਟ੍ਰੈਸ ਹੋਰ ਕੁਛ ਵੀ ਨਹੀਂ, ਬੰਦਾ ਵਿਹਲਾ ਹੋ ਗਿਆ, ਸ਼ੈਤਾਨ ਬਣ ਗਿਆ। ਇਨਸਾਨ ਕੋਲ ਤੇ ਬਹੁਤ ਕੁਛ ਕਰਨ ਵਾਸਤੇ ਹੈ। ਸਾਹਿਬ ਨੇ ਪਿਆ ਪੱਖਾਂ ਫੇਰੀ ਪਾਣੀ ਟੋਵਾਂ, ਜੋ ਦੇਵੇਂ ਸੋ ਖਾਈ, ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲਹਿਓ ਵਡਿਆਈ। ਇਸ ਗਰੀਬ ਨੂੰ, ਇਸ ਬੜੇ ਹੰਬਲ ਵੇ ਦੇ ਨਾਲ ਆਪਣੇ ਆਪ ਨੂੰ ਗੁਰੂ ਬਾਬਾ ਜੀ ਬਿਆਨ ਕਰਦੇ, ਇਸ ਮੁਫਲਸ ਨੂੰ, ਗਰੀਬ ਨੂੰ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ ਨਵਾਜ਼ ਦੇ, ਤੇ ਨਵਾਜ਼ ਇਸ ਰੂਪ ਦੇ ਵਿੱਚ ਦੇ, ਹਰ ਮੇਲ ਲੈ ਵਡਿਆਈ, ਆਪਣੀ ਵਡਿਆਈ ਕਰਨ ਦੀ ਚਾਹ ਸਿਖਾ ਦੇ। ਬੰਦਾ ਮਾੜਾ ਮੋਟਾ ਸੱਜੇ ਖੱਬੇ ਕੁਝ ਕਰਦੇ ਨਾ, ਤੇ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਵੀ ਐਟਲੀਸਟ ਪੀਪਲ ਸ਼ੁੱਡ ਨੋ ਦੈਟ ਵਟ ਆਈ ਐਮ ਡੂਇੰਗ। ਇੱਥੇ ਇਹ ਸਭ ਕੁਝ ਕਰਕੇ ਕਿਹਾ ਜਾਏ, ਦਾਤਾ ਤੇਰੀ ਵਡਿਆਈ ਹੈ, ਤੂੰ ਦੇਣ ਵਾਲਾ ਆ, ਤੇਰੇ ਕਰਕੇ ਸਭ ਹੋ ਰਿਹਾ ਆ। ਅਗਲਾ ਸ਼ਬਦ ਸਾਰਾ ਹੀ ਇਸ ਕਿਸਮ ਦੇ ਮੈਸੇਜਸ ਦੇ ਨਾਲ ਪੂਰੀ ਤਰ੍ਹਾਂ ਲਬਰੇਜ਼ ਆ, ਜਿਹਦੀ ਬਾਤ ਹੁੰਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੋ ਚੁੱਕਾ ਆ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਆਓ ਰਲ ਮਿਲ ਕੇ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।